ਇੰਡੋਨੇਸ਼ੀਆ ਦੇ ਇਹਨਾਂ ਦੋ ਆਈਲੈਂਡ ਦੇ ਵਿਚਕਾਰ ਇੱਕ ਐਸੀ ਇਨਵਿਜ਼ੀਬਲ ਮਿਸਟੀਰੀਅਸ ਲਾਈਨ ਹੈ ਜਿਸ ਨੂੰ ਕੋਈ ਪੰਛੀ, ਕੋਈ ਜਾਨਵਰ ਤੇ ਕੋਈ ਸਮੁੰਦਰੀ ਜੀਵ ਕ੍ਰਾਸ ਨਹੀਂ ਕਰਦਾ। ਇਹ ਲਾਈਨ ਬਾਲੀ ਤੇ ਲੌਂਬੋਕ ਆਈਲੈਂਡ ਦੇ ਵਿੱਚੋਂ ਸ਼ੁਰੂ ਹੋ ਕੇ ਮੋਲੇ ਆਈਲੈਂਡ ਦੇ ਅੰਤ ਤੱਕ ਜਾਂਦੀ ਹੈ। ਵੈਸੇ ਤਾਂ ਇਹ ਲਾਈਨ ਕਿਸੇ ਰੇਡਾਰ ਜਾਂ ਸੋਨਾਰ ਵਿੱਚ ਨਜ਼ਰ ਨਹੀਂ ਆਉਂਦੀ, ਪਰ ਸੱਚ ਹੈ ਕਿ ਇਸ ਲਾਈਨ ਦੇ ਵੈਸਟਰਨ ਸਾਈਡ ਜੋ ਐਨੀਮਲ ਬਰਡ ਹਨ ਉਹ ਈਸਟਰਨ ਸਾਈਡ ਦੇ ਐਨੀਮਲ ਅਤੇ ਬਰਡ ਤੋਂ ਟੋਟਲ ਹੀ ਡਿਫਰੈਂਟ ਹਨ। ਹਾਲਾਂਕਿ ਇਹਨਾਂ ਦੋਵਾਂ ਆਈਲੈਂਡ ਦੀ ਦੂਰੀ ਸਿਰਫ 35 ਕਿਲੋਮੀਟਰ ਹੈ, ਪਰ ਜਦੋਂ ਬਾਲੀ ਤੋਂ ਲੌਂਬੋਕ ਦੀ ਸਾਈਡ ਜਾਇਆ ਜਾਏ ਤਾਂ ਸਾਰਾ এনवायरमेंट ਬਦਲ ਜਾਂਦਾ ਹੈ। ਜੋ ਪੰਛੀ ਤੇ ਜਾਨਵਰ ਬਾਲੀ ਤੇ ਹਨ ਉਹ ਲਾਈਨ ਕ੍ਰਾਸ ਕਰਕੇ ਲੌਂਬੋਕ ਨਹੀਂ ਜਾਂਦੇ, ਤੇ ਜੋ ਲੌਂਬੋਕ ਵਾਲੇ ਐਨੀਮਲ ਤੇ ਬਰਡ ਹਨ ਉਹ ਬਾਲੀ ਵਾਲੀ ਸਾਈਡ ਨਹੀਂ ਆਉਂਦੇ। ਇਹੀ ਨਹੀਂ, ਕਮਾਲ ਦੀ ਗੱਲ ਇਹ ਹੈ ਕਿ ਪਾਣੀ ਵਿੱਚ ਜੋ ਮੱਛੀਆਂ ਹਨ ਉਹ ਵੀ ਇਸ ਲਾਈਨ ਨੂੰ ਕ੍ਰਾਸ ਨਹੀਂ ਕਰਦੀਆਂ। ਕਿਸੇ ਮਿਸਟੀਰੀਅਸ ਪਾਵਰ ਨੇ ਇਹਨਾਂ ਨੂੰ ਡਿਵਾਈਡ ਕੀਤਾ ਹੋਇਆ ਹੈ। ਇੱਕ ਐਸੀ ਇਨਵਿਜ਼ੀਬਲ ਲਾਈਨ ਹੈ ਜੋ ਇਹਨਾਂ ਦੋਵਾਂ ਆਈਲੈਂਡ ਦੇ ਵਿਚਕਾਰ, ਜਿਸ ਨੂੰ ਸਿਰਫ ਇਨਸਾਨ ਹੀ ਪਾਰ ਕਰਦੇ ਹਨ। ਇਸ ਲਾਈਨ ਨੂੰ ਵਾਇਲੈਂਸ ਲਾਈਨ ਕਿਹਾ ਜਾਂਦਾ ਹੈ। ਇਹ ਅੱਜ ਤੋਂ ਕਰੀਬ 150 ਸਾਲ ਪਹਿਲਾਂ ਐਲਫਰਡ ਰਸਲ ਵਾਲਸ ਨਾਮ ਦੇ ਬ੍ਰਿਟਿਸ਼ ਐਕਸਪਲੋਰਰ ਨੇ ਡਿਸਕਵਰ ਕੀਤੀ ਸੀ। ਤੁਹਾਡੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਸਕੂਲ ਕਾਲਜ ਵਿੱਚ ਬਾਇਓਲੋਜੀ ਪੜ੍ਹੀ ਹੈ ਉਹ ਰਸਲ ਵਾਲਸ ਨੂੰ ਨੈਚੁਰਲ ਸਿਲੈਕਸ਼ਨ ਦੇ ਕਨਸੈਪਟ ਦੀ ਵਜ੍ਹਾ ਕਰਕੇ ਜਾਣਦੇ ਹੋਣਗੇ। ਰਸਲ ਦੀ ਕਹਾਣੀ ਵੀ ਬਹੁਤ ਇੰਟਰਸਟਿੰਗ ਹੈ। 1823 ਵਿੱਚ ਇੰਗਲੈਂਡ ਦੇ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਵਾਇਲੈਂਸ ਦੇ ਪਿਤਾ ਜੀ ਇੱਕ ਕਾਰਟੋਗ੍ਰਾਫਰ ਸਨ, ਮਤਲਬ ਉਹ ਮੈਪ ਬਣਾਉਂਦੇ ਸਨ। ਇਸ ਲਈ ਉਹ ਡਿਫਰੈਂਟ ਜਗ੍ਹਾ ਤੇ ਟਰੈਵਲ ਕਰਦੇ ਸਨ। ਵਾਇਲੈਂਸ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ, ਪਰ ਉਹ ਗਰੀਬੀ ਕਾਰਨ ਛੋਟੀ ਉਮਰ ਵਿੱਚ ਉਸ ਨੂੰ ਆਪਣੀ ਪੜ੍ਹਾਈ ਛੱਡ ਕੇ ਆਪਣੇ ਪਿਤਾ ਨਾਲ ਕੰਮ ਕਰਾਉਣਾ ਪੈਂਦਾ। ਇਸ ਕਾਰਨ ਹੀ ਉਹ ਅੱਗੇ ਚੱਲ ਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਣ ਵਾਲਾ ਸੀ। ਆਪਣੇ ਪਿਤਾ ਨਾਲ ਯਾਤਰਾਵਾਂ ਦੇ ਦੌਰਾਨ ਵਾਇਲੈਂਸ ਨੂੰ ਜਿਓਗ੍ਰਾਫੀ ਅਤੇ ਵਾਈਲਡ ਲਾਈਫ ਵਿੱਚ ਬਹੁਤ ਇੰਟਰਸਟ ਹੋ ਗਿਆ। ਉਹ ਜਿਸ ਵੀ ਨਵੀਂ ਜਗ੍ਹਾ ਤੇ ਜਾਂਦਾ ਉੱਥੋਂ ਦੇ ਪੇੜ ਪੌਦੇ ਇਨਸੈਕਟ ਆਪਣੇ ਨਾਲ ਲੈ ਆਉਂਦਾ। ਇਸ ਸ਼ੌਕ ਕਾਰਨ 1844 ਵਿੱਚ ਵਾਇਲੈਂਸ ਆਪਣੇ ਕੁਝ ਦੋਸਤਾਂ ਦੇ ਨਾਲ ਸਫ਼ਰ ਤੇ ਨਿਕਲਿਆ। ਉਹ ਪਹਿਲਾਂ ਸਿੰਗਾਪੁਰ ਤੇ ਫਿਰ ਇੰਡੋਨੇਸ਼ੀਆ ਗਿਆ ਤੇ ਫਿਰ ਬਾਲੀ ਪਹੁੰਚਿਆ। ਉਸ ਨੂੰ ਬਾਲੀ ਦੀ ਵਾਈਲਡ ਲਾਈਫ ਬਹੁਤ ਪਸੰਦ ਆਈ। ਉਹ ਬਾਲੀ ਦੇ ਐਨੀਮਲ ਤੇ ਪਲਾਂਟ ਤੇ ਸਰਚ ਕਰਨ ਲੱਗਾ। ਉਸ ਨੂੰ ਬਾਲੀ ਵਿੱਚ ਬਹੁਤ ਟਾਈਗਰ ਅਤੇ ਐਲੀਫੈਂਟ ਤੇ ਬਹੁਤ ਪੰਛੀ ਜਿਵੇਂ ਵੁੱਡ ਪਿਕਰ ਅਤੇ ਪੈਰਟ ਵਗੈਰਾ ਨਜ਼ਰ ਆਏ। ਇਸ ਸਭ ਕੁਝ ਨੂੰ ਉਹ ਆਪਣੀ ਡਾਇਰੀ ਵਿੱਚ ਨੋਟ ਕਰਦਾ ਰਿਹਾ। ਫਿਰ ਉਹ ਅੱਗੇ ਦੇ ਸਫ਼ਰ ਤੇ ਲੌਂਬੋਕ ਆਈਲੈਂਡ ਤੇ ਚਲਾ ਗਿਆ। ਉੱਥੇ ਪਹੁੰਚ ਕੇ ਉਹ ਬਹੁਤ ਹੈਰਾਨ ਰਹਿ ਗਿਆ। ਉੱਥੇ ਟੋਟਲ ਡਿਫਰੈਂਟ ਜਾਨਵਰ ਤੇ ਪੰਛੀ ਸਨ। ਉੱਥੇ ਕੰਬੋਡੋ ਡਰੈਗਨ, ਕੈਂਗਰੂ ਅਤੇ ਕੋਆਲਾ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਪੰਛੀ ਅਤੇ ਜਾਨਵਰ ਸਨ ਜੋ ਸਿੰਗਾਪੁਰ ਅਤੇ ਇੰਡੋਨੇਸ਼ੀਆ ਅਤੇ ਬਾਲੀ ਵਿੱਚ ਨਹੀਂ ਸਨ। ਵਾਇਲੈਂਸ ਤੇ ਉਸਦੇ ਸਾਥੀ ਬਹੁਤ ਹੈਰਾਨ ਹੋਏ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਇਸ ਦੌਰਾਨ ਵਾਇਲੈਂਸ ਨੂੰ ਮਲੇਰੀਆ ਹੋ ਗਿਆ ਅਤੇ ਉਸ ਨੂੰ ਇਸ ਆਈਲੈਂਡ ਤੇ ਰੁਕਣਾ ਪਿਆ। ਇਸ ਸਮੇਂ ਹੀ ਵਾਇਲੈਂਸ ਨੂੰ ਇਸ ਇਨਵਿਜ਼ੀਬਲ ਲਾਈਨ ਬਾਰੇ ਸੋਚਣ ਦਾ ਟਾਈਮ ਮਿਲਿਆ। ਉਸਨੇ ਇਹ ਪਾਇਆ ਕਿ ਬਾਲੀ ਅਤੇ ਆਈਲੈਂਡ ਤੇ ਉਹ ਸਾਰੇ ਐਨੀਮਲ ਅਤੇ ਪੰਛੀ ਹਨ ਜੋ ਏਸ਼ੀਆ ਵਿੱਚ ਪਾਏ ਜਾਂਦੇ ਹਨ, ਜਿਵੇਂ ਕਿ ਟਾਈਗਰ ਅਤੇ ਹਾਥੀ ਵਗੈਰਾ, ਪਰ ਜਦੋਂ ਕਿ ਲੌਂਬੋਕ ਆਈਲੈਂਡ ਤੇ ਇਸ ਤਰ੍ਹਾਂ ਦੇ ਪੰਛੀ ਹਨ ਜੋ ਆਸਟ੍ਰੇਲੀਆ ਵਿੱਚ ਪਾਏ ਜਾਂਦੇ ਹਨ, ਜਿਵੇਂ ਕਿ ਕੈਂਗਰੂ ਅਤੇ ਕੋਆਲਾ ਅਤੇ ਮੋਨੀਟਰ ਲਿਜ਼ਰਡ। ਵਾਇਲੈਂਸ ਨੇ ਫਿਰ ਇਹ ਥਿਊਰੀ ਪ੍ਰਪੋਜ਼ ਕੀਤੀ ਕਿ ਅੱਜ ਤੋਂ ਲੱਖਾਂ ਸਾਲ ਪਹਿਲਾਂ ਏਸ਼ੀਆ ਅਤੇ ਆਸਟ੍ਰੇਲੀਆ ਆਪਸ ਵਿੱਚ ਕਨੈਕਟਡ ਹੋਣਗੇ। ਟਾਈਮ ਦੇ ਨਾਲ ਨਾਲ ਜਿਵੇਂ ਜਿਵੇਂ ਬਰਫ਼ ਪਿਘਲਦੀ ਗਈ, ਸਮੁੰਦਰਾਂ ਦਾ ਪਾਣੀ ਵੱਧਦਾ ਗਿਆ, ਵੈਸੇ ਵੈਸੇ ਏਸ਼ੀਆ ਅਤੇ ਆਸਟ੍ਰੇਲੀਆ ਇੱਕ ਦੂਜੇ ਤੋਂ ਦੂਰ ਹੁੰਦੇ ਗਏ। ਨਤੀਜੇ ਵਜੋਂ ਇਹਨਾਂ ਵਿਚਕਾਰ ਸਮੁੰਦਰ ਆ ਗਿਆ। ਇਸ ਤਰ੍ਹਾਂ ਆਈਲੈਂਡ ਬਣ ਗਏ। ਜੋ ਜਾਨਵਰ ਵੈਸਟਰਨ ਸਾਈਡ ਤੇ ਸੀ ਉਹ ਏਸ਼ੀਆ ਅਤੇ ਬਾਲੀ ਵੱਲ ਰਹਿ ਗਏ, ਅਤੇ ਜੋ ਈਸਟਰਨ ਸਾਈਡ ਤੇ ਸੀ ਉਹ ਲੌਂਬੋਕ ਅਤੇ ਆਸਟ੍ਰੇਲੀਆ ਵੱਲ ਰਹਿ ਗਏ। ਵਿਚਕਾਰ ਪਾਣੀ ਆ ਜਾਣ ਕਾਰਨ ਟਾਈਗਰ ਅਤੇ ਕੈਂਗਰੂ, ਐਲੀਫੈਂਟ ਵਰਗੇ ਜਾਨਵਰ ਕੋਲੋਂ ਤੈਰ ਕੇ ਸਮੁੰਦਰ ਪਾਰ ਕਰਕੇ ਦੂਸਰੀ ਸਾਈਡ ਜਾਣਾ ਇੰਪੋਸੀਬਲ ਹੋ ਗਿਆ। ਐਨੀਮਲ ਵਾਲੀ ਮਿਸਟਰੀ ਤਾਂ ਸੋਲਵ ਹੋ ਗਈ। ਹੁਣ ਦੂਸਰੀ ਮਿਸਟਰੀ ਇਹ ਸੀ ਕਿ ਪੰਛੀ ਇਹ ਲਾਈਨ ਕ੍ਰੋਸ ਕਿਉਂ ਨਹੀਂ ਕਰ ਰਹੇ। ਬਾਲੀ ਤੋਂ ਲੌਂਬੋਕ ਅਤੇ ਲੌਂਬੋਕ ਤੋਂ ਬਾਲੀ ਕੋਈ ਵੀ ਪੰਛੀ ਕਿਉਂ ਨਹੀਂ ਜਾਂਦਾ, ਕਿਉਂਕਿ ਪੰਛੀ ਤਾਂ ਉੱਡ ਕੇ ਵੀ ਜਾ ਸਕਦੇ ਹਨ। ਵਾਇਲੈਂਸ ਨੇ ਜਦੋਂ ਬਾਲੀ ਅਤੇ ਲੌਂਬੋਕ ਉੱਪਰ ਪਾਏ ਜਾਣ ਵਾਲੇ ਬਰਡਸ ਦੀ ਦੁਬਾਰਾ ਸਰਚ ਕੀਤੀ ਤਾਂ ਉਸ ਨੂੰ ਇਸ ਸਵਾਲ ਦਾ ਜਵਾਬ ਮਿਲ ਗਿਆ ਕਿ ਇਹਨਾਂ ਆਈਲੈਂਡ ਤੇ ਸਿਰਫ ਨਾਨ ਮਾਈਗ੍ਰੇਟਰੀ ਬਰਡ ਹੀ ਪਾਏ ਜਾਂਦੇ ਹਨ। ਬਰਡ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਹੁੰਦੇ ਹਨ ਮਾਈਗ੍ਰੇਟਰੀ ਬਰਡ ਜੋ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਦੇ ਹਨ, ਜਿਵੇਂ ਕਿ ਆਰਕਟਿਕ ਟਰਕੀ ਜੋ ਹਰ ਸਾਲ 90,000 ਕਿਲੋਮੀਟਰ ਦਾ ਡਿਸਟੈਂਸ ਟਰੈਵਲ ਕਰਕੇ ਸਾਊਥ ਪੋਲ ਤੋਂ ਨਾਰਥ ਪੋਲ ਜਾਂਦੇ ਹਨ। ਇਸੇ ਤਰ੍ਹਾਂ ਸਾਈਬੇਰੀਅਨ ਕ੍ਰੇਨ ਹਨ ਜੋ ਸਰਦੀਆਂ ਵਿੱਚ ਰਸ਼ੀਆ ਤੋਂ 5 ਤੋਂ 10,000 ਕਿਲੋਮੀਟਰ ਲੰਬਾ ਟਰੈਵਲ ਕਰਕੇ ਇੰਡੀਆ, ਚਾਈਨਾ ਅਤੇ ਪਾਕਿਸਤਾਨ ਆਉਂਦੇ ਹਨ। ਇਹਨਾਂ ਬਰਡ ਦੇ ਪੰਖ ਬਹੁਤ ਸਪੈਸ਼ਲ ਹੁੰਦੇ ਹਨ, ਜਿਸ ਕਾਰਨ ਇਹ ਬਹੁਤ ਦੇਰ ਤੱਕ ਸਮੁੰਦਰ ਉੱਪਰ ਉੱਡ ਸਕਦੇ ਹਨ।
ਇਹ 에ਅਰਪਲੇਨ ਵਾਂਗ ਆਪਣੇ ਪੰਖ ਫੈਲਾ ਕੇ ਕਈ ਕਿਲੋਮੀਟਰ ਤੱਕ ਬਿਨਾਂ ਪੰਖ ਹਿਲਾਇਆ ਉੱਡ ਲੈਂਦੇ ਹਨ। ਪਰ ਇੱਧਰ ਈਸਟ ਏਸ਼ੀਆ ਵਿੱਚ ਸਪੈਸ਼ਲ ਇੰਡੋਨੇਸ਼ੀਆ ਵਿੱਚ ਜੋ ਪੰਛੀ ਹਨ ਉਹ ਨੌਨ ਮਾਈਗ੍ਰੇਟਰੀ ਹਨ। ਮਤਲਬ ਇਹ ਬਰਡਸ ਜਿੱਥੇ ਪੈਦਾ ਹੁੰਦੇ ਹਨ ਉੱਥੇ ਸਿਰਫ 2 ਤੋਂ 4 ਕਿਲੋਮੀਟਰ ਦੀ ਰੇਂਜ ਵਿੱਚ ਉੱਡਦੇ ਰਹਿੰਦੇ ਹਨ। ਇਸ ਲਈ ਇਹਨਾਂ ਬਰਡਸ ਕੋਲੋਂ 35 ਕਿਲੋਮੀਟਰ ਦਾ ਸਮੁੰਦਰ ਪਾਰ ਕਰਨਾ ਇੰਪੋਸੀਬਲ ਹੈ। ਹੁਣ ਐਨੀਮਲ ਅਤੇ ਬਰਡਸ ਦੀ ਤਾਂ ਸਮਝ ਆ ਗਈ ਕਿ ਇਹ ਲਾਈਨ ਕਿਉਂ ਨਹੀਂ ਕ੍ਰਾਸ ਕਰਦੇ। ਬਾਕੀ ਰਹਿ ਗਈ ਫਿਸ਼ ਦੀ ਅਤੇ ਸਮੁੰਦਰੀ ਜਾਨਵਰਾਂ ਦੀ। ਫਿਸ਼ ਲਈ ਇਹ ਲਾਈਨ ਕ੍ਰਾਸ ਕਰਨੀ ਕਿਉਂ ਮੁਸ਼ਕਿਲ ਹੈ, ਇਹ ਵਾਇਲੈਂਸ ਨੂੰ ਸਮਝ ਨਹੀਂ ਆਈ ਸੀ, ਕਿਉਂਕਿ ਉਸ ਟਾਈਮ ਤੱਕ ਪਲੇਟ ਟੈਕਟੋਨਿਕ ਦਾ ਕਨਸੈਪਟ ਡਿਸਕਵਰ ਨਹੀਂ ਹੋਇਆ ਸੀ। ਅੱਜ ਆਧੁਨਿਕ ਟਾਈਮ ਵਿੱਚ ਸਭ ਜਾਣਦੇ ਹਨ ਕਿ ਸਾਡਾ ਇਹ ਪਲਾਨਟ ਸਟੈਟਿਕ ਨਹੀਂ ਬਲਕਿ ਡਾਇਨਾਮਿਕ ਹੈ। ਉੱਪਰ ਤੋਂ ਸਖਤ ਆਉਣ ਵਾਲੀ ਜ਼ਮੀਨ ਦੇ ਅੰਦਰ ਬਹੁਤ ਸਾਰੀਆਂ ਮੂਵਮੈਂਟਸ ਹੋ ਰਹੀਆਂ ਹੁੰਦੀਆਂ ਹਨ। ਸਾਡੀ ਜ਼ਮੀਨ ਦੇ ਸਰਫੇਸ ਦੇ ਹੇਠਾਂ ਬਹੁਤ ਸਾਰੀ ਪਲੇਟਸ ਹਨ ਜੋ ਆਪਸ ਵਿੱਚ ਟਕਰਾਉਂਦੀਆਂ ਹਨ, ਜਿਸ ਕਾਰਨ ਸਾਡੇ ਪਲਾਨਟ ਦੇ ਬਹੁਤ ਸਾਰੀਆਂ ਚੇਂਜ ਹੁੰਦੀਆਂ ਹਨ। ਜਿਵੇਂ ਕਿ ਅੱਜ ਅਸੀਂ ਜਾਣ ਗਏ ਹਾਂ ਕਿ 335 ਮਿਲੀਅਨ ਸਾਲ ਪਹਿਲਾਂ ਸਾਰੇ ਕੰਟੀਨੈਂਟ ਇਕੱਠੇ ਸਨ। ਸਾਡੀ ਧਰਤੀ ਤੇ ਸਿਰਫ ਇੱਕ ਹੀ ਕੰਟੀਨੈਂਟ ਸੀ ਜਿਸ ਨੂੰ ਪੈਂਜੀਆ ਕਿਹਾ ਜਾਂਦਾ ਸੀ। ਫਿਰ ਟੈਕਟੋਨਿਕ ਪਲੇਟਸ ਦੀ ਮੂਵਮੈਂਟ ਕਾਰਨ ਕਰੋੜਾਂ ਸਾਲਾਂ ਵਿੱਚ ਸਾਰੇ ਕੰਟੀਨੈਂਟ ਟੁੱਟ ਗਏ, ਵੱਖ-ਵੱਖ ਕੰਟੀਨੈਂਟ ਵਿੱਚ ਵੰਡੇ ਗਏ। ਜਿਵੇਂ 45 ਮਿਲੀਅਨ ਸਾਲ ਪਹਿਲਾਂ ਜਿਸ ਨੇ ਅਸੀਂ ਇੰਡੀਅਨ ਕੰਟੀਨੈਂਟ ਕਹਿੰਦੇ ਹਾਂ ਉਹ ਅਫਰੀਕਾ ਦਾ ਹਿੱਸਾ ਸੀ, ਪਰ ਟੈਕਟੋਨਿਕ ਪਲੇਟਸ ਦੀ ਮੂਵਮੈਂਟ ਕਾਰਨ ਉਹ ਟੁੱਟ ਕੇ ਉੱਪਰ ਦੇ ਹਿੱਸੇ ਨਾਲ ਜਾ ਕੇ ਟਕਰਾਇਆ। ਇਸ ਟੱਕਰ ਨਾਲ ਦੋਵਾਂ ਹਿੱਸਿਆਂ ਦੀ ਜ਼ਮੀਨ ਉੱਪਰ ਉੱਠ ਗਈ, ਜਿਸ ਨਾਲ ਨਿਰਮਾਣ ਹੋਇਆ ਦੁਨੀਆ ਦੀ ਸਭ ਤੋਂ ਵੱਡੀ ਮਾਊਂਟੇਨ ਰੇਂਜ ਦਾ, ਜਿਸ ਨੂੰ ਅਸੀਂ ਹਿਮਾਲਿਆ ਕਹਿੰਦੇ ਹਾਂ। ਇਹਨਾਂ ਪਲੇਟਸ ਦੇ ਜੋ ਜੁਆਇੰਟ ਪਾਰਟ ਹੁੰਦੇ ਹਨ ਉਹ ਬਹੁਤ ਜ਼ਿਆਦਾ ਵੋਲੇਟਾਈਲ ਹੁੰਦੇ ਹਨ। ਜ਼ਿਆਦਾਤਰ ਅਰਥਕੁਆਇਕ ਇਹਨਾਂ ਦੇ ਵਿੱਚ ਉਥਲ-ਪੁਥਲ ਕਾਰਨ ਹੀ ਆਉਂਦੇ ਹਨ। ਸਾਊਥ ਏਸ਼ੀਆ ਵਿੱਚ ਆਉਣ ਵਾਲੇ ਅਰਥਕੁਇਕ ਹਿਮਾਲਿਆ ਰੇਂਜ ਤੋਂ ਸ਼ੁਰੂ ਹੁੰਦੇ ਹਨ। ਇਸ ਤਰ੍ਹਾਂ ਮਲੇਸ਼ੀਆ, ਇੰਡੋਨੇਸ਼ੀਆ, ਸਿੰਗਾਪੁਰ ਦਾ ਸਾਰਾ ਏਰੀਆ ਵੀ ਬਹੁਤ ਵੱਡੇ ਟੈਕਟੋਨਿਕ ਸ਼ਿਫਟ ਕਾਰਨ ਹੋਇਆ ਸੀ, ਜਿਸ ਦੀ ਵਜ੍ਹਾ ਨਾਲ ਇੱਥੇ ਬਹੁਤ ਵੋਲਕੈਨਿਕ ਇਰਪਸ਼ਨ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਇਹਨਾਂ ਆਈਲੈਂਡ ਦੇ ਵਿਚਕਾਰ ਜੋ ਸਮੁੰਦਰ ਦਾ ਹਿੱਸਾ ਹੈ ਉੱਥੇ ਵਾਟਰ ਕਰੰਟ ਇੰਨਾ ਤੇਜ਼ ਹੈ ਕਿ ਕਿਸੇ ਵੀ ਫਿਸ਼ ਕੋਲੋਂ ਇਸ ਨੂੰ ਕ੍ਰਾਸ ਕਰਨਾ ਮੁਸ਼ਕਲ ਹੈ। ਇਸ ਲਈ ਸਿਰਫ 35 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਕਮੋਡੋ ਡਰੈਗਨ ਤੈਰ ਕੇ ਬਾਲੀ ਆਈਲੈਂਡ ਤੱਕ ਨਹੀਂ ਜਾ ਸਕਦੇ ਅਤੇ ਨਾ ਹੀ ਉੱਧਰੋਂ ਕੋਈ ਫਿਸ਼ ਇੱਧਰ ਆ ਸਕਦੀ ਹੈ। ਤਾਂ ਇਹ ਟੈਕਟੋਨਿਕ ਪਲੇਟ ਸ਼ਿਫਟ ਹੀ ਸਭ ਤੋਂ ਵੱਡਾ ਕਾਰਨ ਹੈ ਇਸ ਇਨਵਿਜ਼ੀਬਲ ਲਾਈਨ ਦਾ, ਕਿਉਂਕਿ ਇਹ ਥਿਊਰੀ ਵਾਇਲੈਂਸ ਦੀ ਡੈਥ ਤੋਂ ਬਹੁਤ ਸਾਲਾਂ ਬਾਅਦ ਆਈ ਸੀ। ਪਰ ਦੇਖਿਆ ਜਾਏ ਤਾਂ ਵਾਇਲੈਂਸ ਦਾ 150 ਸਾਲ ਪਹਿਲਾਂ ਕੱਢਿਆ ਗਿਆ ਕਨਕਲੂਜਨ ਬਿਲਕੁਲ ਸਹੀ ਸੀ। ਸਾਡੀ ਧਰਤੀ ਤੇ ਹੋਰ ਵੀ ਬਹੁਤ ਜ਼ਿਆਦਾ ਮਿਸਟੀਰੀਅਸ ਅਤੇ ਅਦਭੁਤ ਜਗ੍ਹਾਵਾਂ ਹਨ ਜਿਨ੍ਹਾਂ ਨੂੰ ਅਸੀਂ ਆਉਣ ਵਾਲੀ ਵੀਡੀਓ ਵਿੱਚ ਐਕਸਪਲੋਰ ਕਰਾਂਗੇ। ਜਿਵੇਂ ਕੁਝ ਦਿਨ ਪਹਿਲਾਂ ਪਾਈ ਹੋਈ ਇਸ ਵੀਡੀਓ ਵਿੱਚ 10 ਅਨਬਲੀਵੇਬਲ ਜਗ੍ਹਾ ਬਾਰੇ ਦੱਸਿਆ ਸੀ। ਸਾਈਡ ਤੇ ਕਲਿੱਕ ਕਰੋ ਤੇ ਦੇਖੋ ਇਸ ਵੀਡੀਓ ਨੂੰ। ਇਸ ਦੇ ਨਾਲ ਸਬਸਕ੍ਰਾਈਬ ਵਾਲੇ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਇਸ ਨਾਲ ਤੁਹਾਡਾ ਤੇ ਕੁਝ ਨਹੀਂ ਜਾਏਗਾ ਪਰ ਸਾਡੀ ਮਦਦ ਹੋ ਸਕਦੀ ਹੈ। ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਦੋਸਤੋ। ਮਿਲਦੇ ਹਾਂ ਅਗਲੀ ਸ਼ਾਨਦਾਰ ਵੀਡੀਓ ਦੇ ਵਿੱਚ। ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਅਤੇ ਸ਼ੇਅਰ ਕਰਨਾ। बहुत बहुत शुक्रिया।